ਸਾਰੇ ਦੋਸਤਾਂ ਨੂੰ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੋ ਅੱਜ ਆਪਾਂ ਇੱਕ ਖਾਸ ਟੌਪਿਕ ਤੇ ਗੱਲ ਕਰਾਂਗੇ, ਦਾ ਰੂਲਸ ਆਫ ਮਨੀ ਐਕੁਜੀਸ਼ਨ। ਤੁਹਾਨੂੰ ਪਤਾ ਹੀ ਹੈਗਾ ਕਿ ਹਰ ਕੋਈ ਬੰਦਾ ਚਾਹੁੰਦਾ ਹੈਗਾ ਕਿ ਉਹਦੇ ਕੋਲ ਪੈਸਾ ਹੋਵੇ, ਜਾਇਦਾਦ ਹੋਵੇ, ਪਰ ਕਿ ਉਹ ਸਾਨੂੰ ਰੂਲਸ ਦਾ ਨਹੀਂ ਪਤਾ ਹੈਗਾ ਵੀ ਕਿਹੜੇ ਰੂਲਸ ਹੈਗੇ ਜਿਨ੍ਹਾਂ ਨੂੰ ਫੋਲੋ ਕਰਕੇ ਅਸੀਂ ਜਿਹੜੀ ਹੈਗੀ ਕਿ ਵੈਲਥ ਇਕੱਠੀ ਕਰ ਸਕਦੇ ਹੈਗੇ ਆ, ਐਕਿਊਮੂਲੇਸ਼ਨ ਜਿਹੜੀ ਹੈਗੀ ਆ ਉਹ ਆਪਾਂ ਕਰ ਸਕਦੇ ਹੈਗੇ ਆ, ਐਕੁਜੀਸ਼ਨ ਅਸੀਂ ਕਰ ਸਕਦੇ ਹੈਗੇ ਆ। ਮਨੀ ਦੀ ਐਕੁਜੀਸ਼ਨ ਕਿਸ ਤਰ੍ਹਾਂ ਹੁੰਦੀ ਹੈਗੀ ਆ, ਪੈਸਾ ਕਿਸ ਤਰ੍ਹਾਂ ਜਿਹੜਾ ਹੈਗਾ ਕਮਾਇਆ ਜਾਂਦਾ ਹੈਗਾ ਜਾਂ ਬਣਾਇਆ ਜਾਂਦਾ ਹੈਗਾ, ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਦੇਖੋ, ਪੈਸੇ ਦਾ ਮਤਲਬ ਹੁੰਦਾ ਹੈਗਾ ਕਿ ਜਾਇਦਾਦ, ਵੈਲਥ, ਜਿਹਦੇ 'ਚ ਬਹੁਤ ਕੁਛ ਆ ਜਾਂਦਾ, ਕੈਸ਼ ਵੀ ਆ ਜਾਂਦਾ ਹੈਗਾ, ਤੁਹਾਡੀ ਪ੍ਰੋਪਰਟੀ ਵੀ ਆ ਜਾਂਦੀ ਹੈਗੀ ਆ, ਹੋਰ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਇਨਕਲੂਡਡ ਹੁੰਦੀਆਂ ਹੈਗੀਆਂ। ਸੋ ਮਨੀ ਦਾ ਮਤਲਬ ਸਿਰਫ ਕੈਸ਼ ਹੀ ਨਹੀਂ ਹੈਗਾ, ਬਾਕੀ ਚੀਜ਼ਾਂ ਵੀ ਇਹਦੇ ਵਿੱਚ ਇਨਕਲੂਡਡ ਹੁੰਦੀਆਂ। ਤੋ ਪੈਸਾ ਜਿਹੜਾ ਹੈਗਾ ਕਿ ਸਭ ਕੁਛ ਨਹੀਂ ਹੁੰਦਾ ਹੈਗਾ। ਮਨੀ ਇਜ਼ ਨਾਟ ਐਵਰੀਥਿੰਗ ਬਟ ਮੀਨਸ ਏ ਲੋਟ। ਪੈਸਾ ਸਭ ਕੁਛ ਨਹੀਂ ਹੁੰਦਾ ਹੈਗਾ, ਪਰ ਬਹੁਤ ਕੁਛ ਹੁੰਦਾ ਹੈਗਾ। ਇਹ ਅਸੀਂ ਜ਼ਿੰਦਗੀ ਦੇ ਵਿੱਚ ਇਹ ਤਜਰਬਾ ਜਿਹੜਾ ਕੀਤਾ ਹੋਇਆ ਹੈਗਾ ਕਿ ਭਾਵੇਂ ਕਿ ਪੈਸਾ ਸਭ ਕੁਛ ਨਹੀਂ ਹੁੰਦਾ, ਪਰ ਬਹੁਤ ਕੁਛ ਹੁੰਦਾ ਹੈ। ਇਸ ਕਰਕੇ ਸਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈਗਾ ਕਿ ਪੈਸਾ ਐਕਚੁਅਲੀ ਹੈ ਕੀ ਹੈ। ਪੈਸਾ ਜਿਹੜਾ ਹੈਗਾ ਤੁਹਾਨੂੰ ਖੁਸ਼ ਨਹੀਂ ਕਰ ਸਕਦਾ ਹੈਗਾ। ਖੁਸ਼ੀ ਜਿਹੜੀ ਹੈ ਪੈਸੇ ਨਾਲ ਨਹੀਂ ਮਿਲਦੀ ਹੈਗੀ, ਪਰ ਪੈਸੇ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਸੋਲਵ ਹੋ ਜਾਂਦੀਆਂ ਹੈਗੀਆਂ। ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਤੁਹਾਡੀਆਂ ਪੈਸੇ ਨਾਲ ਹੱਲ ਹੋ ਜਾਂਦੀਆਂ ਹੈਗੀਆਂ। ਹਾਲਾਂਕਿ ਅਸੀਂ ਆਮ ਹੀ ਇਹ ਗੱਲ ਕਹਿ ਦਿੰਦੇ ਹੈਗੇ ਕਿ ਪੈਸੇ ਨਾਲ ਕਦੀ ਖੁਸ਼ੀ ਨਹੀਂ ਖਰੀਦੀ ਜਾ ਸਕਦੀ ਹੈਗੀ। ਬਿਲਕੁਲ ਸੱਚੀ ਗੱਲ ਹੈਗੀ ਹੈ, ਪਰ ਪੈਸੇ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਕੀਤੀਆਂ ਜਾ ਸਕਦੀਆਂ। ਇਹ ਵੀ ਇੱਕ ਦੁਨੀਆ ਦੀ ਸੱਚਾਈ ਹੈਗੀ ਆ। ਪਰ ਜੇ ਆਪਾਂ ਦੇਖੀਏ ਕਿ ਦੇਰ ਇਜ਼ ਲੋਟ ਆਫ ਵੈਲਥ, ਅਬੰਡੈਂਸ, ਅਥਾਹ ਭੰਡਾਰ ਹੈਗੇ ਨੇ ਮਾਇਆ ਦੇ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈਗਾ ਕਿ ਆਸਨ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ। ਕਿ ਇਸ ਦੁਨੀਆ ਦੇ ਉੱਤੇ, ਇਸ ਯੂਨੀਵਰਸ ਦੇ ਵਿੱਚ ਪਰਮਾਤਮਾ ਨੇ ਸਾਰਾ ਕੁਛ ਇੱਕੋ ਵਾਰੀ ਪਾ ਦਿੱਤਾ ਹੈਗਾ। ਭਾਵੇਂ ਉਹ ਆਕਸੀਜਨ ਹੋਵੇ, ਭਾਵੇਂ ਉਹ ਮੈਟਲਸ ਹੋਣ ਜਿਹਦੇ ਪਿੱਛੇ ਅਸੀਂ ਘੁੰਮਦੇ ਹੈਗੇ ਹਾਂ, ਸੋਨਾ ਚਾਂਦੀ, ਜੋ ਕੁਛ ਵੀ ਸਾਰਾ ਕੁਛ ਇੱਕੋ ਵਾਰੀ ਪਾ ਦਿੱਤਾ ਹੈਗਾ। ਉਹ ਫਿਰ ਅਬੰਡੈਂਸ ਹੈ, ਅਥਾਹ ਭੰਡਾਰ ਹੈਗੇ ਨੇ ਕੁਦਰਤ ਦੇ ਵਿੱਚ, ਇਸ ਯੂਨੀਵਰਸ ਦੇ ਵਿੱਚ। ਪਰ ਉਹ ਸਾਡੇ ਕੋਲ ਕਿਉਂ ਨਹੀਂ ਹੈਗੇ? ਕਿਉਂ ਕੁਝ ਚੁਣਿੰਦੇ ਲੋਕਾਂ ਦੇ ਕੋਲ ਸਾਰੇ ਸਰਮਾਇਆ ਇਕੱਠਾ ਹੋਈ ਜਾ ਰਹੀ ਹੈ, ਸਾਡੇ ਕੋਲ ਕਿਉਂ ਨਹੀਂ ਹੈਗੇ? ਇਹ ਗੱਲ ਜਿਹੜੀ ਹੈਗੀ ਸੋਚਣ ਵਾਲੀ ਹੈਗੀ ਆ। ਉਹਦੇ ਬਾਰੇ ਅੱਜ ਥੋੜ੍ਹੀ ਜਿਹੀ ਆਪਾਂ ਗੱਲ ਕਰਾਂਗੇ ਕਿ ਇਹ ਪੈਸਾ ਜਿਹੜਾ ਹੈਗਾ ਓਨਲੀ ਦੋਜ਼ ਗੈਟ ਇਟ ਹੂ ਨੋ ਦਾ ਰੂਲਸ। ਸਿਰਫ ਉਹਨਾਂ ਲੋਕਾਂ ਦੇ ਕੋਲ ਇਹ ਸਾਰੀ ਸਰਮਾਇਆ ਇਕੱਠੀ ਰਹਿੰਦੀ ਹੈਗੀ ਜਿਹੜੇ ਇਹਦੇ ਨਿਯਮਾਂ ਨੂੰ ਜਾਣਦੇ ਨੇ। ਨਿਯਮ ਜਿਹੜੇ ਅੱਜ ਆਪਾਂ ਗੱਲ ਕਰਨ ਲੱਗੇ ਹੈਗੇ ਬੜੇ ਸਿੰਪਲ ਹੈਗੇ ਨੇ, ਸੌਖੇ ਹੈਗੇ ਨੇ ਫੋਲੋ ਕਰਨੇ, ਪਰ ਬਹੁਤ ਸਾਰੇ ਲੋਕ, ਈਵਨ ਕਹਿ ਲਓ ਜੇ ਮੈਂ ਗਲਤ ਨਾ ਹੋਵਾਂ ਤਾਂ 99% ਲੋਕ ਇਹਨਾਂ ਨਿਯਮਾਂ ਨੂੰ ਫੋਲੋ ਨਹੀਂ ਕਰਦੇ। ਇਸੇ ਕਰਕੇ ਉਹਨਾਂ ਦੇ ਕੋਲ ਸਰਮਾਇਆ ਨਹੀਂ ਆਉਂਦਾ ਹੈਗਾ। ਠੀਕ ਹੈ, ਅਤੇ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਨੇ ਉਹ ਜਿਹੜੇ ਹੈਗੇ ਨੇ ਕਿ ਇਸ ਸਰਮਾਏ ਦੇ ਜਿਹੜੇ ਮਾਲਕ ਬਣੇ ਰਹਿੰਦੇ ਹੈਗੇ ਨੇ। ਤੋ ਇਹ ਚੀਜ਼ ਨੋਟ ਕਰਨ ਵਾਲੀ ਹੈਗੀ ਆ ਕਿ ਜਿਨ੍ਹਾਂ ਲੋਕਾਂ ਨੂੰ, ਦੇਖੋ ਆਪਾਂ ਕੋਈ ਗੇਮ ਖੇਡਦੇ ਹੈਗੇ ਆ ਜਾਂ ਕੁਛ ਵੀ ਆਪਾਂ ਕਰਦੇ ਹੈਗੇ ਆ ਤਾਂ ਉਹਦੇ ਕੁਛ ਰੂਲਸ ਹੁੰਦੇ ਹੈਗੇ ਆ। ਜੇ ਅਸੀਂ ਰੂਲਸ ਨੂੰ ਫੋਲੋ ਕਰਦੇ ਹਾਂ ਤਾਂ ਸਾਰਾ ਕੁਛ ਵਧੀਆ ਚੱਲਦਾ ਹੈਗਾ। ਜੇ ਅਸੀਂ ਰੂਲ ਨੂੰ ਨਹੀਂ ਫੋਲੋ ਕਰਦੇ ਤਾਂ ਅਸੀਂ ਉਸ ਗੇਮ ਤੋਂ ਬਾਹਰ ਹੋ ਜਾਂਦੇ ਹੈਗੇ ਆ। ਤੋ ਇਸ ਕਰਕੇ ਜੇ ਅਸੀਂ ਚਾਹੁੰਦੇ ਹੈਗੇ ਆ ਕਿ ਸਾਡੇ ਕੋਲ ਪੈਸਾ ਹੋਵੇ, ਮੈਂ ਨਹੀਂ ਕਹਿੰਦਾ ਕਿ ਸਾਡੇ ਕੋਲ ਦੁਨੀਆ ਸਾਰੀ ਦਾ ਪੈਸਾ ਹੋਵੇ, ਪਰ ਜਿੰਨੀ ਲੋੜ ਹੈ ਉਨੀਆਂ ਤਾਂ ਹੋਵੇ ਨਾ। ਠੀਕ ਹੈ, ਕਿਸੇ ਅੱਗੇ ਹੱਥ ਦੇ ਨਾਲ ਟੱਟਣੇ ਪੈਣ ਨਾ, ਕਿਸੇ ਦੀ ਮਦਦ ਕਰਨੀ ਹੋਵੇ ਤਾਂ ਮੇਰੇ ਕੋਲ ਪੈਸਾ ਤਾਂ ਇੰਨਾ ਕੁ ਤਾਂ ਹੋਵੇ ਨਾ। ਤੋ ਉਹ ਤਾਂ ਹੀ ਆਏਗਾ ਜੇ ਅਸੀਂ ਇਹਨਾਂ ਦੇ ਨਿਯਮ ਜਿਹੜੇ ਹੈਗੇ ਨੇ, ਜੋ ਰੂਲਸ ਹੈਗੇ ਨੇ, ਉਹਨਾਂ ਨੂੰ ਆਪਾਂ ਫੋਲੋ ਕਰਾਂਗੇ। ਤਾਂ ਰੂਲ ਨੰਬਰ 1 ਕੀ ਹੈਗਾ? ਸਟਾਰਟ ਸਮ ਸੇਵਿੰਗ। ਦੇਖੋ ਕਿੰਨਾ ਸਿੰਪਲ ਜੀ ਗੱਲ ਸੀ। ਜਿਵੇਂ ਮੈਂ ਕਿਹਾ ਨਾ ਵੀ ਬੜੇ ਸਿੰਪਲ ਜਿਹੇ ਹੈਗੇ ਰੂਲ ਕਿ ਸੇਵਿੰਗ ਕਰਨੀ ਸ਼ੁਰੂ ਕਰੋ, ਥੋੜ੍ਹੀ ਥੋੜ੍ਹੀ ਸੇਵਿੰਗ ਕਰਨੀ ਸ਼ੁਰੂ ਕਰੋ। ਵੀ ਜਿੰਨਾ ਵੀ ਤੁਸੀਂ ਕਮਾਉਂਦੇ ਹੈਗੇ ਹੋ ਪੈਸਾ, ਉਹਦਾ ਘੱਟੋ ਘੱਟ 10% ਜਿਹੜਾ ਹੈਗਾ ਕਿ ਤੁਸੀਂ ਸੇਵ ਕਰਨਾ ਹੈਗਾ। ਸਿੰਪਲ ਜਿਹਾ ਰੂਲ ਹੈਗਾ ਕਿ ਜਿੰਨਾ ਵੀ ਤੁਸੀਂ ਪੈਸਾ ਕਮਾਉਂਦੇ ਹੋ, ਭਾਵੇਂ ਤੁਸੀਂ ਮਹੀਨੇ ਦਾ $100 ਕਮਾਉਂਦੇ ਹੋ, ਭਾਵੇਂ $1000 ਕਮਾਉਂਦੇ ਹੋ, 10,000 ਕਮਾਉਂਦੇ ਹੋ ਜਾਂ $1,00,000 ਵੀ ਕਮਾਉਂਦੇ ਹੋ ਮਹੀਨੇ ਦਾ, ਉਹਦਾ 10% ਜਿਹੜਾ ਹੈਗਾ ਤੁਸੀਂ ਸੇਵ ਕਰਨਾ ਹੈਗਾ। ਇਹ ਸਾਰਿਆਂ ਦੇ ਵਾਸਤੇ ਸੇਮ ਹੀ ਫਾਰਮੂਲਾ ਹੈਗਾ। ਤਾਂ ਫਾਰ ਐਗਜ਼ਾਮਪਲ ਜੇ ਮੰਨ ਲਓ ਕਿ ਤੁਸੀਂ ਔਨ ਐਂਡ ਐਵਰੇਜ, ਆਪਾਂ ਕੈਨੇਡਾ ਦੇ ਵਿੱਚ ਬੈਠੇ ਗੱਲ ਕਰ ਰਹੇ ਹੈਗੇ ਹਾਂ, ਅਤੇ $4,000 ਬੰਦਾ ਮਹੀਨੇ ਦਾ ਕਮਾਉਂਦਾ ਹੈਗਾ, ਅਤੇ ਇਹਦਾ 10% ਬਣਦਾ ਹੈਗਾ $400। ਅਤੇ ਜੇ ਅਸੀਂ ਹਰ ਮਹੀਨੇ $400 ਕਮਾਈਏ ਤਾਂ 12 ਮਹੀਨਿਆਂ ਦੇ ਵਿੱਚ ਸਾਡਾ $4,800 ਜਿਹੜਾ ਹੈਗਾ
ਐਟ ਦਾ ਐਂਡ ਆਫ ਦਾ ਈਅਰ ਸਾਡੇ ਕੋਲ $4800 ਸਾਡੀ ਸੇਵਿੰਗ ਹੁੰਦੀ ਹੈਗੀ ਆ। ਤਾਂ ਦੇਖੋ ਅਸੀਂ 10% ਹੀ ਕਮਾਇਆ ਸੀ ਤੇ ਸਾਡੇ ਕੋਲ $4800 ਜਿਹੜਾ ਹੈਗਾ ਸੇਵ ਹੋ ਗਿਆ। ਤੇ ਜੇ ਮੈਂ ਉਹਨੂੰ ਚੰਗੇ ਤਰੀਕੇ ਨਾਲ ਇਨਵੈਸਟ ਕਰ ਦੇਵਾਂ ਲੰਬੇ ਸਮੇਂ ਵਾਸਤੇ, ਮੰਨ ਲਓ ਕਿ ਇੱਕ ਬੰਦਾ 30 ਕੁ ਸਾਲ ਦਾ ਹੈਗਾ, ਉਹਦੀ ਆਪਾਂ ਐਗਜ਼ਾਮਪਲ ਲੈ ਕੇ ਇੱਕ ਗੱਲ ਨੂੰ ਸਮਝਦੇ ਹੈਗੇ ਹਾਂ। ਬਾਕੀ ਤੁਸੀਂ ਆਪਣੀ ਏਜ ਦੇ ਹਿਸਾਬ ਨਾਲ ਆਪਣੀ ਕੈਲਕੂਲੇਸ਼ਨ ਜਿਹੜੀ ਹੈ ਕਰ ਲੈਣੀ। ਬੜੀ ਸਿੰਪਲ ਜੀ ਕੈਲਕੂਲੇਸ਼ਨ। 30 ਕੁ ਸਾਲ ਦਾ ਬੰਦਾ 65 ਸਾਲ ਤੇ ਜਾ ਕੇ ਉਹਨੇ ਰਿਟਾਇਰ ਹੋਣਾ ਹੈਗਾ, ਤੇ ਜੇ ਉਹ $400 ਮਹੀਨੇ ਦਾ ਵੀ ਕਮਾਉਂਦਾ ਹੈਗਾ, ਅਗਲੇ 35 ਸਾਲਾਂ ਦੇ ਵਾਸਤੇ ਵੀ ਉਹਨੂੰ ਇਨਵੈਸਟ ਕਰੀ ਜਾਂਦਾ ਹੈਗਾ। ਜੇ 5% ਦੀ ਵੀ ਰਿਟਰਨ ਆਵੇ, ਜਿਹੜੀ ਕਿ ਆਉਂਦੀ ਹੈਗੀ, ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਹੈਗਾ ਵੀ ਕੈਨੇਡਾ ਦੇ ਵਿੱਚ ਵੀ ਰਿਟਰਨ ਆਉਂਦੀ ਹੈਗੀ ਹੈ, ਤੇ ਇਹ ਤੋਂ ਜ਼ਿਆਦਾ ਵੀ ਆਉਂਦੀ, 20-25-30% ਤੱਕ ਵੀ ਲੋਕੀ ਰਿਟਰਨ ਲੈਂਦੇ ਹੈਗੇ ਨੇ। ਉਹ ਕਿਸ ਤਰ੍ਹਾਂ ਲੈਂਦੇ ਨੇ, ਦੈਟ ਇਜ਼ ਡਿਫਰੈਂਟ ਟਾਪਿਕ, ਠੀਕ ਹੈ। ਤਾਂ ਅਜ਼ਿਊਮ ਕਰ ਲੈਂਦੇ ਆਪਾਂ ਕਿ 5% ਦੀ ਜੇ ਰਿਟਰਨ ਆਉਂਦੀ ਹੈਗੀ ਹੈ, ਤੇ ਉਹੀ ਉਹਦਾ $400 ਜਿਹੜਾ ਉਹ ਹਰ ਮਹੀਨੇ ਜਿਹੜਾ ਸੇਵ ਕਰ ਰਿਹਾ ਹੈਗਾ, ਉਹ 35 ਸਾਲਾਂ ਦੇ ਵਿੱਚ $4,56,330 ਗਰੋ ਕਰ ਜਾਂਦਾ ਹੈਗਾ। ਇੰਨੀ ਅਮਾਊਂਟ ਉਹਦੀ ਬਣ ਜਾਂਦੀ ਹੈਗੀ ਆ। ਤੇ ਜੇ ਮੰਨ ਲਓ ਕਿ ਉਹਦੀ ਸਪਾਊਸ, ਪਤੀ ਜਾਂ ਪਤਨੀ ਵੀ ਜਿਹੜਾ ਹੈਗਾ, ਉਹ ਵੀ $4,000 ਮਤਲਬ ਕਮਾਉਂਦੀ ਹੈਗੀ ਹੈ ਜਾਂ ਕਮਾਉਂਦਾ ਹੈਗਾ, ਉਹਦੇ ਉੱਤੇ ਵੀ 10% ਉਹ ਸੇਵ ਕਰਦੇ ਹੈਗੇ ਨੇ, ਕਿਉਂਕਿ ਪੂਰੀ ਫੈਮਿਲੀ ਦੀ ਇਨਕਮ ਦਾ 10% ਅਸੀਂ ਸੇਵ ਕਰਨਾ। ਤੇ ਜੇ 2 ਜੀ ਕਮਾਉਂਦੇ ਹੈਗੇ ਨੇ, ਦੈਟ ਮੀਨਸ ਕਿ ਉਹੀ ਪੈਸਾ ਜਿਹੜਾ ਹੈਗਾ, ਜਿਹੜਾ ਪਹਿਲਾਂ ਆਪਾਂ ਗੱਲ ਕੀਤੀ ਕਿ $4,56,330 ਬਣਦਾ ਸੀ, ਉਹੀ $9,12,660 ਬਣ ਜਾਂਦਾ ਹੈ। ਅਬਾਊਟ $1 ਮਿਲੀਅਨ ਜਿਹੜਾ ਹੈਗਾ ਤੁਸੀਂ ਚੁੱਪ ਚਪੀਤੇ ਜਿਹੜੇ ਹੈਗੇ ਕਿ ਉਹ ਸੇਵ ਕਰ ਲੈਂਦੇ ਹੈਗੇ ਹੋ। ਇਹ ਆਪਾਂ ਗੱਲ ਕੀਤੀ ਹੈਗੀ ਕਿ 10% ਦੀ ਦੇਖੋ ਪਾਵਰ ਕਿੰਨੀ ਸੀ ਕਿ ਅਬਾਊਟ $1 ਮਿਲੀਅਨ ਤੇ ਪਹੁੰਚ ਜਾਂਦੇ ਹੈਗੇ ਆ, ਔਰ ਕੁਛ ਵੀ ਆਪਾਂ ਨੂੰ ਕੋਈ ਬਹੁਤਾ ਕੋਈ ਸੈਕਰੀਫਾਈਸ ਨਹੀਂ ਕਰਨੇ ਪੈ ਰਿਹਾ, ਠੀਕ ਹੈ। तो जे असी 10% च $1 मिलियन ते पहुँच सकते हैं, तुसी इमैजिन करो कि जे तुसी 20% सेव करो तो तुहाडे कोल $2 मिलियन होएगा। तो कितना सिंपल जिहा फार्मूला हैगा कि जे तुसी वैल्थ एक्विजिशन करनी हैगी आ, पैसे सेविंग करनी है, इकट्ठी करनी हैगी आ, तो उहदे वास्ते जिहड़ा है सानूं ये पहला रूल जिहड़ा फॉलो करना पेगा। दूसरा रूल इहदा की हैगा वैल्थ एक्विजिशन दा, कंट्रोल यूर एक्सपेंडिचर, अपने खर्चिਆਂ ਨੂੰ ਜਿਹੜਾ ਹੈਗਾ ਕਿ ਕੰਟਰੋਲ ਕਰਨਾ ਹੈਗਾ। ਇਹ ਬਹੁਤ ਵੱਡੀ ਚੀਜ਼ ਹੈ ਕਿ ਆਪਣੇ ਖਰਚਿਆਂ ਨੂੰ ਜਿਹੜਾ ਕੰਟਰੋਲ ਕਰਨਾ ਹੈਗਾ। ਤੇ ਕੰਟਰੋਲ ਕੀ ਕਰਨਾ ਕਿ ਜਿੰਨੇ ਵੀ ਤੁਹਾਡੇ ਖਰਚੇ ਹੈਗੇ ਨੇ ਮੰਥਲੀ ਜਾਂ ਐਨੂਅਲ, ਜਿੱਦਾਂ ਵੀ ਤੁਸੀਂ ਆਪਣਾ ਇਸ ਅਕਾਊਂਟਸ ਰੱਖਦੇ ਹੈਗੇ ਹੋ, ਜਿੰਨੀ ਵੀ ਤੁਹਾਡੀ ਇਨਕਮ ਹੈਗੀ ਉਹਦੇ 90% ਦੇ ਵਿੱਚ ਹੀ ਜਿਹੜਾ ਤੁਸੀਂ ਖਰਚੇ ਆਪਣੇ ਜਿਹੜੇ ਹੈਗੇ ਨੇ ਕਰਨੇ ਨੇ, ਠੀਕ ਹੈ। ਉਹਦੇ ਵਿੱਚ ਹੀ ਮੈਨੇਜ ਕਰਨੇ ਤੁਸੀਂ 90%, 10% ਤੁਸੀਂ ਸੇਵ ਕਰ ਲਿਓ, 90% ਦੇ ਨਾਲ ਜਿਹੜੇ ਹੈਗੇ ਨੇ ਤੁਸੀਂ ਆਪਣੇ ਖਰਚੇ ਕਰ। 90% ਲੋਟ ਆਫ ਮਨੀ ਹੈਗੀ। ਮੰਨ ਲਓ ਤੁਹਾਡੀ 10% ਕੋਈ ਸੈਲਰੀ ਜੇ ਕਟੌਤੀ ਲਗਾ ਦਿੰਦੇ ਹੈਗੇ ਨੇ, ਜਿਵੇਂ ਹੁਣ ਪਿੱਛੇ ਕਈ ਵਾਰੀ ਗੱਲ ਆਈ ਹੈਗੀ ਹੈ ਕਿ ਕਈ ਇਕਨੋਮੀ ਡਾਊਨ ਹੋਵੇ ਤੇ ਕਈ ਵਾਰੀ ਗੌਰਮੈਂਟ ਕਹਿੰਦੀ ਹੈਗੀ ਹੈ ਕਿ ਐਮਪਲਾਈਜ਼ ਦੀ 10% ਸੈਲਰੀ ਡਾਊਨ ਕਰਨੀ ਹੈਗੀ ਆ, तो उदों भी तो आप गुजारा करते हैं। कई बार साड़ी सेल घट होंदी हैगी आ, उदों भी तो आप गुजारा करते ही हैगे ना। तो दैट मीनस कि जे असी अपने जिहड़े जिन्ने भी एक्सपेंसिस हैगे ने, जिन्नी साडे कोल 90 जिन्नी भी साडे कोल मतलब 90% साडी इनकम बचदी हैगी आ, उहदे विच ही जिहड़े असी अपने मैनेज करने हैगे ने एक्सपेंडिचर, अपना खर्चा जिहड़ा 90% इनकम विचों करना हैगा। अगर तुसीं नहीं कर पा रहे हैगे 90%, मान लो कि हुण बंदा कहंदा कि 4000 मैं कमाया सी, 400 तो ही मैंने कहा सेव कर लो, हुण मैं 3600 दे विच मेरा गुजारा नहीं हो रहा हैगा, तो फिर थोड़ी होर कमाने की कोशिश करो, ठीक है। थोड़ा एक्स्ट्रा कमाने की कोशिश करो। वो किस तरह एक्स्ट्रा कमाए जा सकते वो आप थोड़ी जी अगे जाके भी गल करांगे। दैट मीनस कि सेविंग तो करनी हैगी आ। रूल नंबर 1 नूं फॉलो करना। जे आप रूल नंबर 1 नूं नहीं फॉलो करते, बाकी जिहड़े मैं 6 रूल होर दसने ने उन्हां दे तो कोई मैना कोई है ही नहीं, ठीक है ना। तो पहले रूल नूं असीं कदी नहीं तोड़ना। जे पहले रूल नूं तोड़दे आ फिर तो सारा ही चौपट हो जाना काम, ठीक है। जे तुहाडे 90% दे विच नहीं काम चल रहा हैगा तो उहदा कोई होर हल जिहड़ा हैगा सानूं अपनी इनकम वधा के जिहड़ा हैगा लभना पवेगा। रूल नंबर 3, इन्वैसट योर सेविंग्स केयरफुली। जो हुण तुसीं 400 जिहड़ा हैगा बचा रहे सी जां 4800 जिहड़ा हैगा तुसीं साल दा कर रहे सी, दूसरा जिहड़ा तुहाडा फैमिली मैंबर वो भी 4800 बचा रहा सी, उहनूं आपां केयरफुली इन्वैसट भी करना हैगा। तो केयरफुली इन्वैसट का मतलब हैगा कि उन्होंने जिथे भी तुसीं इन्वैसट करना एक्सपर्ट्स की एडवाइस लैनी हैगी आ, उस फील्ड के एक्सपर्ट्स की। मान लो तुसीं म्यूचुअल फंड च लगांदे हैगे हो, तुसीं किते कह लो कि प्रॉपर्टी दे विच पैसा लगांदे हो, तुसीं किते स्टॉक्स दे विच पैसा लगांदे हैगे हो, तो एक्सपर्ट्स की एडवाइस लैनी हैगी आ, ना कि अपने दोस्तां दी, ना अपने रिश्तेदारां दी।
ਇੱਥੇ ਮੈਂ ਉਹ ਦੋਸਤ ਰਿਸ਼ਤੇਦਾਰਾਂ ਦੀ ਕੋਈ ਵਿਰੋਧਤਾ ਨਹੀਂ ਕਰ ਰਿਹਾ ਹੈਗਾ। ਤੁਸੀਂ ਆਪਣੇ ਦੋਸਤ ਦੀ ਵੀ ਸਲਾਹ ਲੈ ਸਕਦੇ ਹੈਗੇ ਜੋ ਐਕਸਪਰਟ ਹੈਗਾ, ਤੇ ਤੁਸੀਂ ਆਪਣੇ ਰਿਸ਼ਤੇਦਾਰ ਦੀ ਵੀ ਰਾਏ ਲੈ ਸਕਦੇ ਹੈਗੇ ਹੋ ਜੇ ਉਸ ਫੀਲਡ ਦਾ ਐਕਸਪਰਟ ਹੈਗਾ। ਤਾਂ ਇਹ ਨਹੀਂ ਹੈਗਾ ਕਿ ਵੈਸੇ ਜੀ ਮੇਰੇ ਦੋਸਤ ਨੇ ਉੱਥੇ ਇਹ ਕੀਤਾ, ਮੇਰੇ ਰਿਸ਼ਤੇਦਾਰ ਨੇ ਇੱਦਾਂ ਮੈਨੂੰ ਕਿਹਾ ਹੈਗਾ ਤਾਂ ਮੈਂ ਵੀ ਉਹੀ ਕਰਨਾ ਹੈਗਾ। ਉੱਥੇ ਅਸੀਂ ਜਿਹੜੀ ਹੈਗੀ ਹੈ ਮਾਰ ਖਾਂਦੇ ਹਾਂ। ਉਸੇ ਅਸੀਂ ਫਿਰ ਰੂਲ ਨੰਬਰ 3 ਜਿਹੜਾ ਹੈਗਾ ਉਹਦੀ ਵਾਇਲੇਸ਼ਨ ਕਰਦੇ ਆ। ਇਸੇ ਕਰਕੇ ਸਾਡੇ ਕੋਲ ਸਰਮਾਇਆ ਜਿਹੜਾ ਠਹਿਰਦਾ ਨਹੀਂ ਹੈਗਾ, ਕਿਉਂਕਿ ਐਕਸਪਰਟਸ ਦੀ ਐਡਵਾਈਸ ਨਹੀਂ ਲਈ ਹੈਗੀ। ਮੰਨ ਲਓ ਮੈਨੂੰ ਅਗਰ ਕੋਈ ਰੋਗ ਹੈਗਾ, ਕੋਈ ਸਿਕਨੈਸ ਹੈਗੀ ਆ, ਤੇ ਮੈਂ ਡਾਕਟਰ ਕੋਲ ਜਾਣਾ, ਜਿਹੜਾ ਵਧੀਆ ਡਾਕਟਰ ਹੁੰਦਾ ਉਹਦੇ ਕੋਲ ਮੈਂ ਜਾ ਕੇ ਸਲਾਹ ਲੈਣਾ ਹੈਗਾ। ਮੰਨ ਲਓ ਕਿ ਮੇਰੇ ਕੋਈ ਦੋਸਤ ਡਾਕਟਰ ਹੈਗਾ ਜਾਂ ਮੇਰੇ ਕੋਈ ਰਿਸ਼ਤੇਦਾਰ ਡਾਕਟਰ ਹੈਗਾ, ਤੇ ਮੈਂ ਉਹਦੇ ਕੋਲ ਵੀ ਸਲਾਹ ਲੈ ਲਾਂਗਾ ਬਸ਼ਰਤੇ ਕਿ ਡਾਕਟਰ ਹੈਗਾ। ਤੇ ਅਦਰਵਾਈਜ਼ ਤਾਂ ਮੈਨੂੰ ਐਵੇਂ ਤੀਰ ਤੁੱਕੇ ਨਾਲ ਹੀ ਜਿਹੜਾ ਹੈਗਾ ਕਿ ਕੋਈ ਇਲਾਜ ਸੁਜੈਸਟ ਕਰੇਗਾ ਮੇਰੀ ਸਿਹਤ ਠੀਕ ਕਰਨ ਵਾਸਤੇ। ਤਾਂ ਸੇਮ ਚੀਜ਼ ਸੇਵਿੰਗ ਜਾਂ ਇਨਵੈਸਟਮੈਂਟ ਵਾਸਤੇ ਹੁੰਦੀ ਆ। ਵੈਨ ਐਵਰ ਯੂ ਇਨਵੈਸਟ ਟੇਕ ਐਕਸਪਰਟ ਐਡਵਾਈਸ। ਰੂਲ ਨੰਬਰ 4, ਵਾਚ ਪ੍ਰੋਗਰੈਸ ਆਫ ਯੂਰ ਇਨਵੈਸਟਮੈਂਟ ਐਂਡ ਟੇਕ ਸਟੈਪ ਟੂ ਪ੍ਰੋਟੈਕਟ ਫਰੋਮ ਲਾਸਿਸ। ਹੁਣ ਤੁਸੀਂ ਪੈਸਾ ਇਨਵੈਸਟ ਕਰ ਦਿੱਤਾ, ਪਰ ਉਹਨੂੰ ਵੇਖਦੇ ਵੀ ਰਹਿਣਾ ਹੈਗਾ ਵੀ ਇਹ ਮੇਰਾ ਠੀਕ ਚੱਲ ਰਿਹਾ, ਜੋ ਮੈਂ ਪਲੈਨਿੰਗ ਕੀਤੀ ਸੀ ਉਹਦੇ ਹਿਸਾਬ ਨਾਲ ਠੀਕ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਜੇ ਮੈਂ ਤੁਹਾਨੂੰ ਕਿਹਾ 5% ਰਿਟਰਨ ਤੁਸੀਂ ਐਕਸਪੈਕਟ ਕਰ ਸਕਦੇ ਹੈਗੇ ਹੋ, ਤੁਸੀਂ ਦੇਖੋ ਵੀ 5% ਰਿਟਰਨ ਆ ਵੀ ਰਹੀ ਕਿ ਨਹੀਂ ਆ ਰਹੀ ਹੈਗੀ, ਜਾਂ ਇਸ ਜਗ੍ਹਾ ਤੋਂ ਪੈਸੇ ਚੱਕ ਕੇ ਮੈਂ ਕਿਤੇ ਹੋਰ ਇਨਵੈਸਟ ਕਰਦਾ ਤੇ ਬੈਟਰ ਹੋ ਸਕਦਾ ਹੈਗਾ। ਉਹ ਐਕਸਪਰਟ ਦੀ ਗਾਈਡੈਂਸ ਦੇ ਨਾਲ ਜਿਹੜਾ ਹੈਗਾ ਕਿ ਉਹਨੂੰ ਵਾਚ ਕਰਦੇ ਰਹਿਣਾ ਹੈਗਾ। ਇਹ ਨਾ ਹੋ ਕਿ ਜਿਹੜਾ ਤੁਹਾਡਾ ਆਪਣਾ ਪ੍ਰਿੰਸੀਪਲ ਅਮਾਊਂਟ ਹੈਗਾ ਕਿ ਉਹੀ ਜਿਹੜਾ ਹੈਗਾ ਕਿ ਡਿਪਲੀਟ ਹੋਣਾ ਸ਼ੁਰੂ ਹੋ ਜਾਵੇ, ਉਹੀ ਘਟਣਾ ਸ਼ੁਰੂ ਹੋ ਜਾਵੇ, ਤੇ ਫਿਰ ਤੁਹਾਡੇ ਕੋਲ ਜਿਹੜਾ ਹੈਗਾ ਕਿ ਫਿਰ ਤੁਸੀਂ ਇਸ ਰੂਲ ਨੰਬਰ 4 ਦੀ ਵਾਇਲੇਸ਼ਨ ਕਰ ਰਹੇ ਹੈਗੇ ਹੋ ਕਿ ਜਦੋਂ ਤੁਸੀਂ ਵਾਚ ਨਹੀਂ ਕਰ ਰਹੇ ਹੈਗੇ, ਦੇਖ ਨਹੀਂ ਰਹੇ ਹੈਗੇ, ਰੋਜ਼ ਤੋਂ ਰੋਜ਼ ਜਿਹੜਾ ਹੈਗਾ ਕਿ ਮੰਥ ਟੂ ਮੰਥ ਜਾਂ ਈਅਰ ਟੂ ਈਅਰ ਰਿਵਿਊ ਨਹੀਂ ਕਰ ਰਹੇ ਹੈਗੇ, ਤੇ ਦੈਟ ਮੀਨਸ ਯੂ ਆਰ ਵਾਇਲੇਟਿੰਗ ਰੂਲ 4। ਤੇ ਇਹਦੇ ਨਾਲ ਜਿਹੜੀ ਹੈ ਕਿ ਵੈਲਥ ਐਕੁਜੀਸ਼ਨ ਨਹੀਂ ਹੋਏਗੀ। ਯੂ ਹੈਵ ਟੂ ਫੋਲੋ ਦਿਸ ਰੂਲ ਕਿ ਉਹਨੂੰ ਵਾਚ ਕਰਦੇ ਰਹਿਣਾ ਉਹਦੀ ਪ੍ਰੋਗਰੈਸ ਨੂੰ, ਕਿ ਸਹੀ ਪਾਸੇ ਨੂੰ ਮੈਂ ਜਾ ਰਿਹਾ ਹੈਗਾ ਕਿ ਨਹੀਂ ਜਾ ਰਿਹਾ ਹੈਗਾ। ਰੂਲ ਨੰਬਰ 5 ਆਉਂਦਾ, ਮੇਕ ਆਫ ਯੂਰ ਹਾਊਸ ਏ ਪ੍ਰੋਫਿਟੇਬਲ ਇਨਵੈਸਟਮੈਂਟ। ਆਪਣੇ ਘਰ ਨੂੰ ਜਿਹੜਾ ਹੈਗਾ ਕਿ ਇੱਕ ਪ੍ਰੋਫਿਟੇਬਲ ਇਨਵੈਸਟਮੈਂਟ ਬਣਾਉਣਾ ਹੈਗਾ। ਤੁਸੀਂ ਇਹ ਦੇਖਿਆ ਹੋਣਾ ਕਿ ਸਾਡੀ ਲਾਈਫ ਦੇ ਵਿੱਚ ਜਿਹੜਾ ਹੈਗਾ ਕਿ ਸਭ ਤੋਂ ਵੱਡਾ ਫਾਈਨੈਂਸ਼ੀਅਲ ਐਸੈਟ ਜਿਹੜਾ ਸਾਡਾ ਹੁੰਦਾ ਉਹ ਸਾਡਾ ਘਰ ਹੁੰਦਾ ਹੈਗਾ। ਪਰ ਅਸੀਂ ਘਰ ਨੂੰ ਜਿਹੜਾ ਹੈਗਾ ਕਿ ਪ੍ਰੋਫਿਟੇਬਲ ਬਣਾਉਣਾ ਹੈਗਾ। ਉਹ ਕਿਸ ਤਰ੍ਹਾਂ ਬਣਾ ਸਕਦੇ ਹੈਗੇ ਆ? ਅਸੀਂ ਘਰ ਦੇ ਵਿੱਚ ਆਫਿਸ ਬਣਾ ਸਕਦੇ ਹਾਂ। ਮੰਨ ਲਓ ਕੋਈ ਇਹ ਬੰਦੇ ਦਾ ਕੰਮ ਅਗਰ ਘਰ ਵਾਲੀ ਆਫਿਸ ਚੱਲ ਸਕਦਾ, ਉਹਨੂੰ $12,000 $2,000 $5,000 ਬਾਹਰ ਰੈਂਟ ਦੇਣ ਦੀ ਲੋੜ ਨਹੀਂ ਹੈਗੀ। ਅਗਰ ਘਰੋਂ ਆਫਿਸ ਉਹ ਚਲਾ ਸਕਦਾ, ਉਹਦੇ ਘਰ 'ਚ ਇਹਦੀ ਸਪੇਸ ਹੈਗੀ ਆ ਕਿ ਘਰ ਹੀ ਆਫਿਸ ਬਣਾ ਸਕਦਾ ਹੈਗਾ। ਅਤੇ ਇਹਦੇ ਨਾਲ ਤੁਹਾਡਾ ਕੀ ਹੋਏਗਾ ਕਿ ਹੋਮ ਪ੍ਰੋਫਿਟੇਬਲ ਹੋ ਜਾਏਗਾ। ਤੁਸੀਂ ਘਰ ਦੀ ਔਰ ਤੁਸੀਂ ਆਫਿਸ ਦੀ ਪ੍ਰਾਈਵੇਸੀ ਕਿਸ ਤਰ੍ਹਾਂ ਰੱਖਣੀ ਹੈਗੀ ਹੈ ਉਹ ਮੈਨੇਜ ਹੋ ਜਾਂਦੀ ਹੈਗੀ ਹੈ, ਉਹ ਤੁਸੀਂ ਕਰ ਵੀ ਲੈਣੀ ਹੈਗੀ ਆ। ਬਸ ਇੱਛਾ ਹੋਣੀ ਚਾਹੀਦੀ ਹੈਗੀ ਹੈ ਕਿ ਮੈਂ ਹਾਂ ਯਾਰ ਗੱਲ ਤਾਂ ਠੀਕ ਹੈਗੀ ਹੈ ਕਿ ਮੈਂ ਜਿਹੜਾ ਬਾਹਰ ਰੈਂਟ ਦੇਣਾ ਹੈਗਾ ਉਹ ਮੈਂ ਘਰ ਵੀ ਅਗਰ ਆਫਿਸ ਬਣਾ ਕੇ ਚਲਾ ਸਕਦਾ ਤੇ ਵਧੀਆ ਹੈਗਾ। ਜਾਂ ਤੁਸੀਂ ਕੋਈ ਨਾ ਕੋਈ ਹੋਮ ਬਿਜ਼ਨਸ ਸਟਾਰਟ ਕਰ ਸਕਦੇ ਹੈਗੇ ਹੋ। ਬਹੁਤ ਸਾਰੇ ਲੋਕੀ ਜਿਹੜੇ ਹੈਗੇ ਨੇ ਅੱਜ ਕੱਲ੍ਹ ਹੋਮ ਬਿਜ਼ਨਸ ਵੀ ਕਰਦੇ ਹੈਗੇ ਨੇ, ਆਨਲਾਈਨ ਬਿਜ਼ਨਸ ਕਰਦੇ ਨੇ, ਉਹ ਘਰ ਵਿੱਚ ਵੀ ਚੱਲ ਜਾਂਦਾ। ਦੈਟ ਮੀਨਸ ਕਿ ਤੁਸੀਂ ਆਪਣੇ ਘਰ ਦੇ ਵਿੱਚ ਲੈਪਟਾਪ ਹੀ ਲੈ ਕੇ ਭਾਵੇਂ ਬੈਠੇ ਹੈਗੇ ਹੋ, ਦੈਟ ਮੀਨਸ ਤੁਸੀਂ ਆਪਣੇ ਹੋਮ ਨੂੰ ਜਿਹੜਾ ਹੈਗਾ, ਆਪਣੇ ਘਰ ਨੂੰ ਜਿਹੜਾ ਹੈਗਾ ਕਿ ਇੱਕ ਪ੍ਰੋਫਿਟੇਬਲ ਇਨਵੈਸਟਮੈਂਟ ਬਣਾ ਰਹੇ ਹੈਗੇ ਹੋ। ਘਰ ਦਾ ਜਿਹੜਾ ਹੈਗਾ ਤੁਸੀਂ ਫਾਇਦਾ ਉਠਾ ਰਹੇ ਹੈਗੇ ਹੋ। ਤੁਸੀਂ ਘਰ ਦੇ ਵਿੱਚ ਕੋਈ ਇੱਕ ਰੈਂਟ ਸਪੇਸ ਜਾਂ ਤੁਸੀਂ ਆਪਣਾ ਜਿਹੜਾ ਹੈ ਕਿ ਬੇਸਮੈਂਟ ਵੀ ਜਿਹੜੀ ਹੈਗੀ ਹੈ ਕਿਰਾਏ 'ਤੇ ਦੇ ਸਕਦੇ ਹੈਗੇ ਹੋ, ਠੀਕ ਹੈ। ਤੋ ਜਾਂ ਅੱਜ ਕੱਲ੍ਹ ਬਹੁਤ ਵਧੀਆ ਚੱਲ ਰਿਹਾ ਹੈਗਾ ਕਿ ਕਈ ਲੋਕੀ ਗਰਾਜ ਵੀ ਆਪਣੀ ਜਿਹੜੀ ਹੈਗੀ ਹੈ ਉਹ ਰੈਂਟ 'ਤੇ ਦੇ ਦਿੰਦੇ ਹੈਗੇ ਨੇ। ਕਈ ਸਟੋਰ ਜਿਹੜੇ ਵਾਲੇ ਸਟੋਰਾਂ ਵਾਲੇ ਹੈਗੇ ਨੇ ਉਹ ਕਈਆਂ ਦੀ ਮੈਂ ਵੇਖਿਆ ਕਿ ਉਹ ਗਰਾਜ ਰੈਂਟ 'ਤੇ ਲੈ ਲੈਂਦੇ ਹੈਗੇ ਨੇ। ਉਹ ਗੱਡੀ ਤੁਸੀਂ ਆਪਣੀ ਬਾਹਰ ਵੀ ਖੜੀ ਕਰ ਸਕਦੇ ਹੈਗੇ ਹੋ, ਜਾਂ ਕਈਆਂ ਕੋਲ ਗੱਡੀ ਹੈ ਨਹੀਂ ਪਰ ਗਰਾਜ ਹੈਗੇ ਨੇ ਅਤੇ ਉਹਨੂੰ ਵੀ ਤੁਸੀਂ ਰੈਂਟ 'ਤੇ ਦੇ ਸਕਦੇ ਹੈਗੇ ਹੋ। 500 1000 ਜੋ ਵੀ ਤੁਹਾਨੂੰ ਰੈਂਟ ਮਿਲ ਸਕਦਾ ਹੈਗਾ ਤੁਸੀਂ ਉਹ ਲੈ ਸਕਦੇ, ਤੁਹਾਡੀ ਐਡੀਸ਼ਨਲ ਇਨਕਮ ਹੋ ਜਾਂਦੀ ਹੈਗੀ ਆ। ਜਾਂ Airbnb ਅੱਜ ਕੱਲ੍ਹ ਚੱਲਿਆ ਹੈਗਾ, ਉਹਦੇ 'ਤੇ ਤੁਸੀਂ ਆਪਣਾ ਘਰ ਦਾ ਭਾਵੇਂ ਇੱਕ ਰੂਮ ਵੀ ਤੁਹਾਡਾ ਸਪੇਅਰ ਹੈ। ਕਈਆਂ ਦੇ ਕੋਲ ਕੀ ਹੈਗਾ ਕਿ ਮੰਨ ਲਓ 2 ਮੀਆਂ ਬੀਬੀ ਰਹਿੰਦੇ ਹੈਗੇ ਨੇ ਅਤੇ ਉਹਨਾਂ ਕੋਲ 2 ਕਮਰੇ ਜਾਂ 1 ਕਮਰਾ ਖਾਲੀ ਹੈਗਾ ਤਾਂ ਉਹ ਤੁਸੀਂ ਰੈਂਟ 'ਤੇ ਵੀ ਦੇ ਸਕਦੇ ਹੈਗੇ। ਅੱਜ ਕੱਲ੍ਹ Airbnb 'ਤੇ ਹੁੰਦਾ ਹੈਗਾ ਕੋਈ ਗੈਸਟ ਆਉਂਦਾ ਹੈਗਾ, ਇੱਕ ਦਿਨ ਰਹਿੰਦਾ ਹੈਗਾ ਫਿਰ ਚਲੇ ਜਾਂਦਾ, ਫਿਰ 10 ਦਿਨਾਂ ਬਾਅਦ ਫਿਰ ਕੋਈ ਗੈਸਟ ਆਉਂਦਾ ਫਿਰ ਚਲੇ ਜਾਂਦਾ ਹੈਗਾ। ਤੋ ਇਸ ਤਰ੍ਹਾਂ ਜਿਹੜਾ ਹੈਗਾ ਕਿ ਤੁਸੀਂ ਆਪਣੇ ਘਰ ਨੂੰ ਜਿਹੜਾ ਹੈਗਾ ਕਿ ਪ੍ਰੋਫਿਟੇਬਲ ਇਨਵੈਸਟਮੈਂਟ ਜਿਹੜੀ ਆ ਬਣਾ ਕੇ ਐਡੀਸ਼ਨਲ ਇਨਕਮ ਜਿਹੜੀ ਹੈਗੀ ਆ ਅਰਨ ਕਰ ਸਕਦੇ ਹੈਗੇ ਹੋ। ਰੂਲ ਨੰਬਰ 6, ਇੰਸ਼ੋਰ ਯੋਰ ਫਿਊਚਰ ਇਨਕਮ। ਦੇਖੋ ਤੁਸੀਂ ਪੈਸਾ ਕਮਾਉਣਾ ਹੈਗਾ ਤਾਂ ਫਿਊਚਰ ਦੇ ਵਿੱਚ ਵੀ ਕਮਾਉਣਾ ਹੈਗਾ, ਠੀਕ ਹੈ। ਫਿਊਚਰ ਦੇ ਵਿੱਚ ਗਰੰਟੀ ਨਹੀਂ ਹੈਗੀ ਕਿ ਤੁਸੀਂ ਪੈਸਾ ਕਮਾਓਗੇ। 2 ਰਿਸਕ ਹੁੰਦੇ ਹੈਗੇ ਨੇ। 2 ਰਿਸਕ ਕਿਹੜੇ ਹੁੰਦੇ ਹੈਗੇ ਨੇ ਕਿ ਤੁਸੀਂ ਸਿੱਕ ਹੋ ਸਕਦੇ ਹੈਗੇ ਹੋ ਜਾਂ ਤੁਹਾਡੀ ਡੈਥ ਹੋ ਸਕਦੀ ਹੈਗੀ ਆ।
तो तुहाडी इनकम जिहड़ी बंद हो जाएगी। जे तुहाडी इनकम बंद हो जाएगी तो उन्होंने आपां इंश्योर करना हैगा कि वो बंद ना होवे, जां उहनूं कंपनसेट करने वास्ते सानूं जिहड़ी इंश्योरेंस लैनी पैंदी हैगी आ। तो इंश्योर योर फ्यूचर इनकम, तो अपनी फ्यूचर इनकम जो इंश्योर करना। अगर तुम ये रूल नंबर 6 नहीं फॉलो करते तो की होंदा हैगा, मान लो कि बंदा सिक हो गया, कोई कैंसर हो गया, हार्ट अटैक हो गया, कोई सवीर एक्सीडेंट हो गया, तो जी वो सेविंग सी जी आप पिछले स्टैप्स में सारा कुछ किया हैगा, तो असी कि जो इनकम बंद हो गई, मैं काम तो नहीं जा रहा, इनकम बंद हो गई, तो मेरी जी सेविंग होएगी उन्होंने मैं खावांगा ना, ਉਹਦੇ ਨਾਲ अपने खर्चे चलावांगा। तो फिर ਜਿਹੜੇ पाथ ਤੇ मैं ਚੱਲਿਆ ਸੀ, जिस रस्ते ਤੇ मैं ਚੱਲਿਆ ਸੀ भी मैं वैल्थ एक्विजिशन करनी हैगी है ਜਾਂ क्यूमुलेट करनी हैगी है, तो वो तो हो ही नहीं हैगी, क्योंकि मैं तो ਉਹਦੇ ਵਿੱਚੋਂ ਜਿਹੜਾ ਹੈਗਾ ਵੀ ਖਾਣਾ ਸ਼ੁਰੂ ਕਰ ਦਿੱਤੇ ਪੈਸੇ। ਤੇ ਜਦੋਂ ਅਸੀਂ ਇਹ ਰੂਲ ਨੰਬਰ 6 ਨੂੰ ਵਾਇਲੇਟ ਕਰਦੇ ਹੈਗੇ ਆ ਤਾਂ ਫਿਰ ਵੀ ਜਿਹੜਾ ਹੈ ਸਾਡੀ ਸਾਰੀ ਪਲੈਨਿੰਗ ਜਿਹੜੀ ਹੈਗੀ ਆ ਚੌਪਟ ਹੋ ਜਾਂਦੀ ਹੈਗੀ ਆ। ਰੂਲ ਨੰਬਰ 7, ਇਨਕਰੀਜ਼ ਯੂਰ एबिलिटी टू अर्न, अपग्रेड योरसेल्फ। ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਹੈਗਾ, ਆਪਣੀ एबिलिटी ਜਿਹੜੀ ਪੈਸੇ ਕਮਾਉਣ ਦੀ ਉਹਨੂੰ ਇਨਕਰੀਜ਼ ਕਰਨਾ ਹੈਗਾ। एबिलिटी ਕਿੱਦਾਂ ਤੁਸੀਂ ਇਨਕਰੀਜ਼ ਕਰ ਸਕਦੇ ਹੋ? ਮੰਨ ਲਓ ਕਿ ਤੁਸੀਂ ਆਫਿਸ ਦੇ ਵਿੱਚ ਐਜ਼ ਏ ਆਫਿਸ ਅਸਿਸਟੈਂਟ ਕੰਮ ਕਰਦੇ, ਐਜ਼ ਏ ਕਲੈਰੀਕਲ ਕੰਮ ਕਰਦੇ ਹੈਗੇ ਹੋ, ਠੀਕ ਹੈ, ਤੁਸੀਂ ਉਹ ਆਪਣੇ ਆਪ ਨੂੰ ਸੁਪਰਵਾਈਜ਼ਰ ਬਣਵਾ ਸਕਦੇ ਹੈਗੇ ਹੋ, ਆਪਣੇ ਆਪ ਨੂੰ ਅਪਗ੍ਰੇਡ ਕਰਕੇ, ਆਪਣੀਆਂ ਕੁਆਲਿਟੀਆਂ ਨੂੰ ਅਪਗ੍ਰੇਡ ਕਰਕੇ, ਆਪਣੀ ਐਜੂਕੇਸ਼ਨ ਨੂੰ ਅਪਗ੍ਰੇਡ ਕਰਕੇ, ਆਪਣੀ ਪ੍ਰੋਬਲਮ ਸੋਲਵਿੰਗ एबिलिटी ਨੂੰ ਵਧਾ ਕੇ, ਕਿਤਾਬਾਂ ਪੜ੍ਹ ਕੇ, ठीक है, कुछ चंगियां चीज़ां सीख के जिहड़ी हैगी है तुसीं इंप्रैशन क्रिएट कर सकते अपनी ऑर्गेनाइजेशन दे विच, अपनी कंपनी दे विच, कि तुसीं जिहड़ा हैगा कि हुण मैनेजर बन सकते हैगे हो, तुसीं होर भी हायर पोजीशन दे उत्ते जा सकते हैगे हो। इस तरह तुसीं अपने आप नूं अपग्रेड करके अपनी जिहड़ी है एबिलिटी टू अर्न मोर मनी जिहड़ा हैगा कि उहनूं डिवेलप करते हैगे हो। दूसरा इहदा तरीका ये हुंदा हैगा कि मान लो कि तुसीं किसी जॉब दे विच हैगे हो, तो तुसीं कोई छोटा मोटा बिजनेस कर सकते हैगे हो, होम बिजनेस कर सकते है कि बहुत सारे लोग है जो जॉब करते हैं, वो रियल्टर का काम करते हैं, मॉर्गेज एडवाइजर ने, इंश्योरेंस एडवाइजर ने, होर कई तरह के जोड़े पार्ट टाइम जॉब जोड़े है वो करते हैं। तो जे तुम मान लो कि बिजनेस के है हो, तुम कुछ जोड़ा है कि एडिशनल जॉब कर सकते है, ये नहीं कि मैं बस बिजनेस जो तुहाडी प्रेजेंस की लोड़ नहीं हैगी, जां तुहाडे घर दे तुहाडे बिजनेस नूं वेख सकते हैं ना, तो तुसीं कुछ जॉब कर सकते हो। मान लो कई बार की होंदा कि घर दे एक मैंबर होंदा जो बिजनेस भी रन कर सकता है, तो जॉब भी उही क्वालीफाई करता है किते करने वास्ते, तो फिर बिजनेस में एक बार ऑटोमोट ते करके फिर वो अपने घरदिਆਂ ਨੂੰ संभाल सकता है भी तुसीं इहदी टेक केयर करो, मैं जिहड़ा नाल एडिशनल है जॉब भी कर सकता है। तो ये नाल की है कि तुसीं होर एडिशनल मनी जिहड़ी हैगी है बना सकते है हो। मान लो कि कई बार कई बिजनेस जिहड़े लोग करते हैं कई बार जॉब नहीं पसंद करते है करना, फिर अपने बिजनेस नूं वधाओ, एक स्टोर तो 2 स्टोर किए जा सकते हैं, अपनी जो बिजनेस है डिवर्सीफाई किया जा सकता है, डिफरेंट टाइप्स के जोड़े है वो बिजनेस जोड़े गे रन कर सकते है हो। तो जे तुसी इन्हां सारे 7 रूलों मैं रिलीजीयसली जे इन्हों फॉलो करते है हो, ठीक है, अपने तन मन के नाल जिहड़े इन्हूं फॉलो करते है हो, तो फिर जिहड़ी हैगी कि सरमाया जब वैल्थ जिहड़ी हैगी वो तुहाडे कोल आनी ही आनी हैगी है। तो पैसे आने दे नाल की हुंदा हैगा कि तुसीं अपने सपनिਆਂ वाली जिहड़ी हैगी है, अपनी ड्रीम लाइफ जिहड़ी हैगी है उहनूं जी सकते हैगे हो। तो मैनूं आस हैगी है कि ये जिहड़े रूल्स जिहड़े हैगे ने सारे इन्हां नूं तुसीं फॉलो करोगे। इस वीडियो नूं जिहड़ा हैगा दोबारा भी तुसीं देख सकते हैगे हो। ये जिहड़े मैं 7 रूल तुहानूं दस्से हैगे ने रिचेस्ट मैन इन बैबलीन दे विच जिहड़े हैगे ने मैं पढ़े सी, तो मैं सोचा भी तुहाडे नाल मैं शेयर करा, मैनूं बहुत वधिया लगे, सिंपल लगे हैगे ने, और किताब भी बहुत वधिया हैगा, तुसीं इस नूं जरूर पढ़िओ, द रिचेस्ट मैन इन बैबलीन। तुसीं सारी वीडियो भी देखी, तुहाडा बहुत बहुत धन्नवाद जी, प्यार भरी सत श्री अकाल।